स्वागत है ਤੁਹਾਡਾ मैं ਤੁਹਾਡੇ ਨਾਲ ਇੰਦਰਜੀਤ ਕੌਰ। ਸਾਬਕਾ ਸੂਬੇਦਾਰ ਰਾਮਕ੍ਰਿਸ਼ਨ ਗਰੇਵਾਲ ਦੇ ਵੱਲੋਂ 1 ਰੈਂਕ 1 ਪੈਨਸ਼ਨ ਦੇ ਮੁੱਦੇ ਤੇ ਕੀਤੀ ਗਈ ਖੁਦਕੁਸ਼ੀ ਵਾਕਈ ਦੁਖਦਾਈ ਗੱਲ ਹੈ, ਪਰ ਉਸ ਤੋਂ ਵੀ ਜ਼ਿਆਦਾ ਦੁਖਦਾਈ ਹੈ ਖੁਦਕੁਸ਼ੀ ਤੋਂ ਬਾਅਦ ਬੜੇ ਹਾਲਾਤ। ਰਾਮਕ੍ਰਿਸ਼ਨ ਗਰੇਵਾਲ ਦੀ ਖੁਦਕੁਸ਼ੀ ਦੀ ਖਬਰ ਜਿਵੇਂ ਹੀ ਫੈਲੀ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਪੀੜਤ ਪਰਿਵਾਰ ਦੇ ਨਾਲ ਸੰਪਰਕ ਸਾਧਨ ਦੀ ਦੌੜ ਵੀ ਲੱਗ ਗਈ। ਪਰ ਮਾਮਲਾ ਇੱਥੇ ਹੀ ਨਹੀਂ ਰੁਕਿਆ। ਕਾਂਗਰਸ ਨੇ ਸੂਬੇਦਾਰ ਰਾਮਕ੍ਰਿਸ਼ਨ ਗਰੇਵਾਲ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਸ਼ੁਰੂ ਕਰ ਦਿੱਤੀ। ਫਿਰ ਚਾਹੇ ਗੱਲ ਪੰਜਾਬ ਦੀ ਹੋਵੇ ਜਾਂ ਹਰਿਆਣਾ ਦੀ, ਕਾਂਗਰਸੀ ਆਗੂਆਂ ਨੇ ਰਾਮਕ੍ਰਿਸ਼ਨ ਨੂੰ ਸ਼ਹੀਦ करार देने ਦੇ ਲਈ ਕਿਹਾ। ਪਰ ਇਸ ਵਿਚਾਲੇ ਸਵਾਲ ਖੜਾ ਹੁੰਦਾ ਹੈ ਕਿ ਕੀ 1 ਰੈਂਕ 1 ਪੈਨਸ਼ਨ ਨੂੰ ਆਧਾਰ ਬਣਾ ਕੇ ਸਾਬਕਾ ਫੌਜੀ ਦੇ ਸੁਸਾਇਡ ਨੂੰ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਹੈ? ਸਿਆਸਤ ਦੇ ਵਿੱਚ ਸ਼ਹਾਦਤ ਦੀ ਆਖਰ ਕੀ ਪਰਿਭਾਸ਼ਾ ਹੈ, ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਮੁੱਦੇ ਕੀ ਬਾਤ 'ਚ। ਰਾਮਕ੍ਰਿਸ਼ਨ ਗਰੇਵਾਲ ਦੀ ਖੁਦਕੁਸ਼ੀ ਦਾ ਮੁੱਦਾ ਹਰਿਆਣਾ ਵਿਧਾਨ ਸਭਾ ਦੇ ਵਿੱਚ ਵੀ ਗੁੰਜਿਆ। ਕਾਂਗਰਸ ਵਿਧਾਇਕ ਦਲ ਦੀ ਆਗੂ ਕਿਰਨ ਚੌਧਰੀ ਨੇ ਰਾਮਕ੍ਰਿਸ਼ਨ ਗਰੇਵਾਲ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਤਾਂ ਮੁੱਖ ਮੰਤਰੀ ਮਨੋਹਰ ਲਾਲ ਨੇ ਇਨਕਾਰ ਕਰ ਦਿੱਤਾ। ਉਧਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਮਕ੍ਰਿਸ਼ਨ ਫੌਜੀ ਨੂੰ ਸ਼ਹੀਦ करार ਦਿੰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਬਿਆਨ ਦੀ ਨਿੰਦਾ ਕੀਤੀ। उनका दुख निधन हुआ, उसके लिए शोक प्रकट करता है। उनका ਹਰਿਆਣਾ ਵਿਧਾਨ ਸਭਾ ਦੇ ਗੋਲਡਨ ਜੁਬਲੀ ਇਜਲਾਸ 'ਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਮੌਕੇ ਕਾਂਗਰਸ ਵਿਧਾਇਕ ਦਲ ਦੀ ਆਗੂ ਕਿਰਨ ਚੌਧਰੀ ਨੇ ਰਾਮਕ੍ਰਿਸ਼ਨ ਗਰੇਵਾਲ ਨੂੰ ਵੀ ਸ਼ਰਧਾਂਜਲੀ ਦੇਣ ਦਾ ਮੁੱਦਾ ਚੁੱਕਿਆ ਤਾਂ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਤੇ ਇਤਰਾਜ਼ ਜ਼ਾਹਰ ਕਰਦੇ ਹੋਏ ਕਿਹਾ ਕਿ ਰਾਮਕ੍ਰਿਸ਼ਨ ਗਰੇਵਾਲ ਦੇ ਪਰਿਵਾਰ ਨਾਲ ਉਹਨਾਂ ਨੂੰ ਪੂਰੀ ਹਮਦਰਦੀ ਹੈ, ਪਰ ਖੁਦਕੁਸ਼ੀ ਕਰਨ ਵਾਲੇ ਨੂੰ ਸ਼ਹੀਦ ਨਹੀਂ ਕਿਹਾ ਜਾ ਸਕਦਾ। उस विषय को उठाने के बाद उसके उत्तर के लिए we have another martyr between us. Yesterday, day before yesterday, who gave his life, and we should also add his name, Fauji Havaldar Ramkishan Grewal ji, who also hails from Bhimani district and from village Bamla. इसकी सूची में जैसा हमारी बहन किरण चौधरी जी ने नाम लिया है, मैं समझता हूँ कि उस फौजी ने अपनी जान गंवाई है, सुसाइड किया है, लेकिन ये हाउस मार्टर्स की लिस्ट में नहीं जोड़ना चाहिए। आत्महत्या का विषय है, ये सदन गलत परंपराएं न कायम करे, इस गलत परंपरा को इसमें नहीं जोड़ना है, इसलिए सहानुभूति हमारी है। ठीक। ਉਧਰ ਪੰਜਾਬ ਕਾਂਗਰਸ ਨੇ ਮੁੱਖ ਮੰਤਰੀ ਮਨੋਹਰ ਲਾਲ ਦੇ ਬਿਆਨ ਦੀ ਨਿੰਦਾ ਕੀਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਅੰਬਿਕਾ ਸੋਨੀ ਨੇ ਕਿਹਾ ਕਿ ਰਾਮਕ੍ਰਿਸ਼ਨ ਗਰੇਵਾਲ ਨੇ ਫੌਜੀਆਂ ਦੇ ਹੱਕ ਦੀ ਖਾਤਰ ਜਾਨ ਦਿੱਤੀ ਹੈ, ਇਸ ਲਈ ਉਹ ਰਾਮਕ੍ਰਿਸ਼ਨ ਗਰੇਵਾਲ ਨੂੰ ਸ਼ਹੀਦ ਮੰਨਦੇ ਨੇ। शुड नो कि जो हमारे फौजी हैं कोई ऐसी बात नहीं करेंगे जब तक उनके दिल पे बहुत बड़ा असर कोई पड़ा हो। एंड ही हैज़ डन दिस एंड ही डन इट एंड ही सेड सो। मैं अपने देश के जवानों के लिए कर रहा हूँ, तो और क्या करें? ये तो इसको तो मालूम ही नहीं कुछ ऐसे आपने फौज की बरादरी पे जिसने अपनी कुर्बानी दी है, ही टू माई माइंड अ टोटल शहीद इंसान है, अपनी जान लेना। उसने स्पष्ट रूप में बताया कि हालांकि मेरे जीवन में सिर्फ 5,000 की बात है, लेकिन ये 5,000 सिर्फ बात नहीं है, ये हमारे सैनिकों की इज्जत की बात रहती है। शहादत अलग अलग कारणों के लिए की जाती है, उसमें अर्थ ये होता है जो अपने स्वार्थ के लिए नहीं, दूसरों के लिए फायदे के लिए की। ਉਧਰ ਪੰਜਾਬ ਕਾਂਗਰਸ ਇਸ ਮਸਲੇ ਵਿੱਚ ਪੰਜਾਬ ਦੇ ਗਵਰਨਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ, ਜਿਸ ਵਿੱਚ ਫੌਜੀਆਂ ਲਈ 1 ਰੈਂਕ 1 ਪੈਨਸ਼ਨ ਜਲਦ ਲਾਗੂ ਕਰਨ ਅਤੇ ਕਾਂਗਰਸ ਦੇ ਉਪ ਪ੍ਰਧਾਨ ਨਾਲ ਹੋਈ ਕਾਰਵਾਈ ਦੇ ਖਿਲਾਫ ਮੈਮੋਰੈਂਡਮ ਦਿੱਤਾ ਗਿਆ। एक सूबेदार साहब ने आत्महत्या की क्योंकि जो इज्जत का सवाल था वो 1 रैंक 1 पेंशन ब्यूरोक्रेसी है उनके नीचे, और कोई और संस्था उनके नीचे उनकी पोजीशन रखी जा रही है। दैट इज़ एन इफेक्ट ऑन देयर इज्जत। तो हमने कहा ये इसमें सुधार लाना चाहिए कि जब हमारे वाइस प्रेसिडेंट गए हॉस्पिटल में और वहाँ उनके साथ जो काम किया, और कल भी जो कैंडल लाइट किसी को पकड़ के किसी थाने में ले गए, ये क्या हिटलर का राज है या डेमोक्रेसी है? ਰਾਮਕ੍ਰਿਸ਼ਨ ਗਰੇਵਾਲ ਦੀ ਖੁਦਕੁਸ਼ੀ ਨੂੰ ਲੈ ਕੇ ਸਿਆਸਤ ਸਰਗਰਮ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਰਾਮਕ੍ਰਿਸ਼ਨ ਗਰੇਵਾਲ ਦੇ ਪਰਿਵਾਰ ਨਾਲ ਪੁਲਿਸ ਨੇ ਨਹੀਂ ਮਿਲਣ ਦਿੱਤਾ ਸੀ। ਇਸ ਮਾਮਲੇ 'ਚ ਪਿਛਲੇ 2 ਦਿਨਾਂ 'ਚ ਰਾਹੁਲ ਗਾਂਧੀ ਨੂੰ 3 ਵਾਰ ਹਿਰਾਸਤ 'ਚ ਵੀ ਲਿਆ ਗਿਆ ਸੀ। ਇਸ ਦੇ ਵਿਰੋਧ ਵਿੱਚ ਕਾਂਗਰਸ ਵੱਲੋਂ ਪੰਜਾਬ ਅਤੇ ਹਰਿਆਣਾ 'ਚ ਵੀ ਵਿਰੋਧ ਮੁਜ਼ਾਹਰੇ ਕੀਤੇ ਗਏ ਸਨ। ਕੁਲਵੀਰ ਦੀਵਾਨ ਦੇ ਨਾਲ ਜਗਤਾਰ ਭੁੱਲਰ, ਜ਼ੀ ਮੀਡੀਆ, ਚੰਡੀਗੜ੍ਹ। तो इस विचाले कई सवाल खड़े होंगे ने। पहला सवाल जो मुद्दे की बात दे विच आया रहेगा कि 1 रैंक 1 पेंशन नूं आधार बना के साबका फौजी दे सुसाइड नूं शहीद दा दर्जा मिलना चाहिए कि जिस तरीके दे नाल
ਸੁਸਾਈਡ ਹੋਇਆ ਉਸ ਤੋਂ ਬਾਅਦ ਕੀ ਸ਼ਹੀਦ ਦਾ ਦਰਜਾ ਜੋ ਹੈ ਮਿਲਣਾ ਚਾਹੀਦਾ ਹੈ ਜਾਂ ਨਹੀਂ, ਇਹ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਦੂਜਾ ਸਵਾਲ ਕਿ ਸਾਬਕਾ ਫੌਜੀ ਰਾਮ ਕਿਸ਼ਨ ਦੇ ਸੁਸਾਈਡ ਦੇ ਵਿੱਚ ਸਿਆਸੀ ਨਫਾ ਨੁਕਸਾਨ ਕਿਉਂ ਦੇਖ ਰਹੀਆਂ ਨੇ ਸਿਆਸੀ ਪਾਰਟੀਆਂ। ਤੇ ਤੀਜਾ ਸਵਾਲ ਕਿ ਸਿਆਸੀ ਪਾਰਟੀਆਂ ਦੇ ਨਜ਼ਰੀਏ ਤੋਂ ਸ਼ਹਾਦਤ ਅਤੇ ਸ਼ਹੀਦ ਦਾ ਦਰਜਾ ਦੇਣ ਦੀ ਪਰਿਭਾਸ਼ਾ ਆਖਰ ਕੀ ਹੈ, ਸ਼ਹੀਦ ਦਾ ਦਰਜਾ ਕੀ ਹੁੰਦਾ ਹੈ, ਸ਼ਹੀਦ ਕੌਣ ਹੁੰਦਾ ਹੈ, ਇਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਇਸ ਦੇ ਨਾਲ ਹੀ ਇੱਕ ਸਵਾਲ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛ ਰਹੇ ਹਾਂ, ਸਵਾਲ ਹੈ ਕਿ ਕੀ ਸਾਬਕਾ ਫੌਜੀ ਦੇ ਸੁਸਾਈਡ ਨੂੰ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਹੈ। ਤੁਸੀਂ ਕੀ ਸੋਚਦੇ ਹੋ, ਆਪਣੀ ਰਾਏ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜਵਾਬ ਹਾਂ ਚ ਟਾਈਪ ਕਰੋ ZPHS, ਭੇਜ ਦਿਓ Y ਤੇ ਨਾ ਦੇ ਲਈ ਟਾਈਪ ਕਰੋ ZPHS, ਭੇਜ ਦਿਓ N ਤੇ ਆਪਣੇ ਜਵਾਬ 57555 ਤੇ SMS ਕਰ ਦਿਓ। ਇਸ ਦੇ ਨਾਲ ਹੀ ਸਾਨੂੰ ਕਾਲ ਵੀ ਕਰ ਸਕਦੇ ਹੋ। ਸਾਡਾ ਨੰਬਰ ਹੈ 1800 ਤੇ ਸਾਡੇ ਅੱਜ ਦੇ ਮਹਿਮਾਨਾਂ ਦੇ ਨਾਲ ਤੁਹਾਡਾ ਤਾਰੁਫ ਕਰਵਾ ਦਿੰਦੇ ਹਾਂ। ਸੋਹਣ ਸਿੰਘ ਠੰਡਲ ਜੀ ਕੈਬਨਿਟ ਮੰਤਰੀ ਸਾਡੇ ਨਾਲ ਜੁੜ ਚੁੱਕੇ ਨੇ, ਅਕਾਲੀ ਦਲ ਦੇ ਆਗੂ ਨੇ। ਤੇ ਲਾਲੀ ਮਜੀਠੀਆ ਜੀ ਕਾਂਗਰਸ ਆਗੂ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ। ਹਰਜੀਤ ਸਿੰਘ ਗਰੇਵਾਲ ਜੀ BJP ਦੇ ਆਗੂ ਸਾਡੇ ਨਾਲ ਜੁੜ ਗਏ ਨੇ। RR ਭਾਰਦਵਾਜ ਜੀ ਆਪਣਾ ਪੰਜਾਬ ਪਾਰਟੀ ਦੇ ਆਗੂ ਨੇ। ਤੇ ਬ੍ਰਿਗੇਡੀਅਰ KS ਕਾਹਲੋ ਜੀ ਰੱਖਿਆ ਮਾਹਰ ਸਾਡੇ ਨਾਲ ਜੁੜ ਚੁੱਕੇ ਨੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜ਼ੀ ਪੰਜਾਬ ਹਰਿਆਣਾ ਹਿਮਾਚਲ ਤੇ। ਸਭ ਤੋਂ ਪਹਿਲਾਂ ਲਾਲੀ ਮਜੀਠੀਆ ਜੀ, ਮੇਰਾ ਸਵਾਲ ਤੁਹਾਡੇ ਤੋਂ ਹੀ ਹੈ कि आखिर क्यों लगता है कि साबका फौजी राम किशन नूं शहीद दा दर्जा देना चाहिए है? देखो इंद्रजीत, गल इस तरह कि जे आपां इत्थों तक जाइए, जे ट्रूली स्पीकिंग, जिवें अज ही मैं एक WhatsApp ते देख रहा सीगा कि जिहड़े एक आर्मी ऑफिसर बिक्रमजीत सिंह शौर्य चक्कर विजेता वो शहीद होए ने, उन्हां दे फादर उन्होंने भी इस गल ते इतराज़ कीता। इहदे च कोई दो राय नहीं कि जिहड़े फौज दे ऑफिसर साहबान जिहड़े देश की राखी दे लई सरहद ते शहीद हुंदे आ, उन्हां दे नाल इहदी इक्वेशन करनी तां नहीं बनदी। लेकिन जिहड़ियां भावनावां, क्योंकि ਇਹ ਜਿਹੜਾ ਵਨ ਰੈਂਕ ਵਨ ਪੈਨਸ਼ਨ ਆ, ਇਹ ਕੋਈ ਅੱਜ ਦਾ ਮੁੱਦਾ ਨਹੀਂ ਹੈ। 1973 ਦੇ ਵਿੱਚ ਜਿੱਥੋਂ ਡਿਸਪੈਰਿਟੀ ਸ਼ੁਰੂ ਕੀਤੀ ਗਈ ਬਿਊਰੋਕ੍ਰੇਸੀ ਵੱਲੋਂ, ਇਹ ਸ਼ੁਰੂਆਤ ਉੱਥੋਂ ਹੁੰਦੀ ਹੈ ਜੀ। ਔਰ ਇਹ ਕਰਦਿਆਂ ਅੱਜ ਇਹ ਗੱਲ ਸੋਚਣ ਵਾਲੀ ਹੈ ਕਿ ਜੇ ਅੱਜ ਇੱਕ ਕੋਈ ਵੀ JCO ਇਸ ਹੱਦ ਤੱਕ ਜਾਂਦਾ ਕਿ ਉਹ ਦੇਸ਼ ਦਾ ਰਾਖਾ, ਜਿਨ੍ਹਾਂ ਦੇ ਲਈ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਦੇਸ਼ ਨੂੰ ਬਚਾਉਣਾ, ਔਰ ਉਹ ਜੇ ਅੱਜ ਸਾਰੀ ਸਮੁੱਚੀ ਉਹ ਕਮਿਊਨਿਟੀ ਇਸ ਤਰ੍ਹਾਂ ਫੀਲ ਕਰਦੀ ਆ, ਇਹ ਵੱਖਰੀ ਗੱਲ ਹੈ ਕਿ ਜਿਹੜੇ इस वेले डिसिपलिनड सोल्जर्स ने वो आर्मी दे विच बैठे ने, फीलिंग्स उन्हां दी भी यही ने। और क्योंकि वो इस तरह हर्ट होए ने और उन्हां दा ऑल ऑफ सडन इस तरह करना, और उहदे ते गवर्नमेंट दी डिली डेलिंग स्पैसीफिकली जिहड़े फाइनांस मिनिस्टर ने अरुण जेतली जी, उन्हां वल्लों इन्ना लाइटली लेना और वन रैंक वन पेंशन दी जिहड़ा बेसिक कंसैप्ट आ ओहदियां धज्जियां उड़ा देणियां। ओहदी लाइट दे विच जदों वेखिया जावे ते सारियां भावनावां आर्मड फोर्सेस ਦੀਆਂ ਜਿਹੜੀਆਂ ਇਸ ਵੇਲੇ ਸਰਵਿੰਗ ਨੇ, ਔਰ ਜਿਹੜੇ ਪਰ ਲਾਲੀ ਮਜੀਠੀਆ ਜੀ ਤੇ ਇਹ ਗੱਲ ਨਹੀਂ ਸਮਝ ਆ ਰਹੀ ਕਿ ਇਹ ਸੁਸਾਈਡ ਕੀਤਾ ਗਿਆ ਸੀ, ਖੁਦਕੁਸ਼ੀ ਕੀਤੀ ਗਈ ਸੀ, ਅਸੀਂ ਕਿਸ ਤਰ੍ਹਾਂ ਇਹਨਾਂ ਨੂੰ ਸ਼ਹੀਦ ਕਹਿ ਸਕਦੇ ਹਾਂ, ਕੀ ਕ੍ਰਾਈਟੇਰੀਆਜ਼ ਨੇ ਸ਼ਹੀਦ ਦੇ, ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਰ ਫਿਲਹਾਲ ਮੈਂ ਸੋਹਣ ਸਿੰਘ ਠੰਡਲ ਜੀ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਸ਼ਹੀਦ ਦੇ ਦਰਜੇ ਦੀ ਜੋ ਮੰਗ ਹੈ ਉਹ ਸਹੀ ਹੈ? ਜੀ ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਕਿ ਜੋ ਇਹ ਸਾਡਾ ਆਰਮੀ ਦੇ ਹੌਲਦਾਰ ਰਾਮ ਕਿਸ਼ਨ ਜੀ ਜਿਨ੍ਹਾਂ ਦੀ ਸੁਸਾਈਡ ਨਾਲ ਮੌਤ ਹੋਈ ਆ, ਇਹਨੂੰ ਆਪਾਂ ਜੇ ਤੁਲਨਾ ਕਰੀਏ ਫਿਰ ਸ਼ਹੀਦ ਦੀ ਪਰਿਭਾਸ਼ਾ ਕੀ ਆ ਜਾਂ ਇੱਕ ਸੁਸਾਈਡ ਦੀ ਪਰਿਭਾਸ਼ਾ ਕੀ ਆ, ਉਹਨਾਂ ਦਾ ਦੁਨੀਆ ਤੋਂ ਚਲੇ ਜਾਣਾ, ਮੌਤ ਹੋ ਜਾਣੀ, ਇਹ ਦੁਖਦਾਈ ਆ। ਪਰ ਜਿਸ ਤਰੀਕੇ ਦੇ ਨਾਲ ਅਸੀਂ ਸਮਝਦੇ ਹਾਂ ਸ਼ਹੀਦ ਦੀ ਪਰਿਭਾਸ਼ਾ ਕੀ ਆ, ਸ਼ਹੀਦ ਉਹ ਆ ਜਿਹੜਾ ਨਿੱਜੀ ਸਵਾਰਥ ਨੂੰ ਵੱਧ ਧਿਆਨ 'ਚ ਨਾ ਰੱਖਦਾ ਹੋਇਆ ਕਿਸੇ ਧਰਮ ਲਈ, ਕਿਸੇ ਕੌਮ ਲਈ, ਦੇਸ਼ ਦੇ ਲਈ ਆਪਣੀ ਜਾਨ ਦੀ ਉਹਦਾ ਬਲੀਦਾਨ ਦੇ ਦਿੰਦਾ ਜੀ, ਉਹਨੂੰ ਆਪਾਂ ਸਾਰੇ ਸ਼ਹੀਦ ਮੰਨਦੇ ਆ ਜੀ। ਹਰ ਰੋਜ਼ ਆਪਾਂ ਦੇਖ ਰਹੇ ਆ ਬਾਰਡਰ ਤੇ ਜਾਂ ਹੋਰ ਬੜੇ ਆਪਣੇ ਨੌਜਵਾਨ ਸ਼ਹੀਦ ਹੁੰਦੇ ਆ, ਆਰਮੀ ਦੇ ਹੁੰਦੇ ਆ, ਆਪਾਂ ਸਾਰੇ ਉਹਨਾਂ ਨੂੰ ਸਿਰ ਝੁਕਾਉਂਦੇ ਆ। ਤੇ ਇਸ ਕਰਕੇ ਇੱਕ ਬੰਦੇ ਨੂੰ ਹੋਰ ਸ਼ਹੀਦ ਮੰਨ ਲੈਣਾ ਕੋਈ ਸਰਕਾਰ ਦਾ ਜਾਂ ਦੇਸ਼ ਦੇ ਉੱਪਰ ਕੋਈ ਬੋਝ ਨਹੀਂ ਪੈਂਦਾ ਜੀ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਆਪਾਂ ਸ਼ਹੀਦ ਦੀ ਪਰਿਭਾਸ਼ਾ ਨੂੰ ਕਿਵੇਂ ਤੋੜ ਮੋੜ ਕੇ ਗੱਲ ਕਰਾਂਗੇ। ਮੈਂ ਦੇਖ ਰਿਹਾ ਕਿ ਅੱਜ ਬਹੁਤ ਸਾਰੇ ਸਾਡੇ ਨੌਜਵਾਨ ਬੇਰੁਜ਼ਗਾਰ ਆ, ਉਹ ਟੈਂਕੀ ਤੇ ਚੜ ਕੇ ਜਾਂ ਹੋਰ ਕਿਸੇ ਪਾਸਿਓਂ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਂਦੇ ਆ। ਉਹਨਾਂ ਦੀ ਭਾਵਨਾ ਵੀ ਹੁੰਦੀ ਆ ਕਿ ਸਾਨੂੰ ਕੰਮ ਨਹੀਂ ਮਿਲਿਆ, ਸਾਡੇ ਪਿੱਛੇ 10,000 ਬੰਦਾ ਹੋਰ ਆ ਅਨਐਮਪਲਾਇਮੈਂਟ, ਕੰਮ ਨਹੀਂ ਮਿਲਿਆ ਤਾਂ ਮੈਂ ਸੁਸਾਈਡ ਕਰ ਰਿਹਾ, ਤੇ ਆਪਾਂ ਉਹਨਾਂ ਨੂੰ ਸ਼ਹੀਦ ਮੰਨ ਲਾਂਗੇ। ਸੋ ਇਹਦੇ ਨਾਲ ਜਿਹੜੀ ਇੱਕ ਸ਼ਹੀਦ ਦੀ ਅਸਲ ਜੋ ਭਾਵਨਾ ਹੈਗੀ ਆ, ਜੋ ਸਾਡਾ ਅਸੀਂ ਸਤਿਕਾਰ ਦਿੰਦੇ ਆ,
ਸ਼ਾਇਦ ਉਹਨੂੰ ਕਿਤੇ ਸੱਟ ਵੱਜ ਸਕਦੀ ਆ। ਠੀਕ ਹੈ ਬਾਕੀ ਜੀ। ਉਹਨਾਂ ਦਾ ਚਲੇ ਜਾਣਾ, ਉਹ ਕਿਸ ਤਰੀਕੇ ਨਾਲ ਸੁਸਾਈਡ ਉਹਨੇ ਕੀਤਾ, ਉਹਨੇ ਆਪਣਾ ਠੀਕ ਨੋਟ ਵੀ ਲਿਖਿਆ। ਸੋ ਮੈਂ ਸਮਝਦਾ ਕਿ ਇਹਦੇ ਤੇ ਉੱਪਰ ਕੋਈ ਪੋਲੀਟੀਕਲੀ ਗੱਲ ਕਰਕੇ ਕੋਈ ਲਾਭ ਲੈਣ ਦੀ ਬਜਾਏ ਇੱਕ ਸ਼ਹੀਦ ਦੇ ਲਫ਼ਜ਼ ਦਾ ਸਤਿਕਾਰ ਹੋਣਾ ਬਹੁਤ ਜ਼ਰੂਰੀ ਆ। ਜੇ ਅਸੀਂ ਇਸ ਤਰ੍ਹਾਂ ਕਰਦੇ ਰਹਾਂਗੇ ਸਿਆਸੀ ਤੌਰ ਦੇ ਉੱਪਰ ਆ ਕੇ ਤੇ ਫਿਰ ਇਹ ਠੀਕ ਹੈ, ਸ਼ਹੀਦਾਂ ਤੁਸੀਂ ਦੀ ਕਹਿ ਰਹੇ ਹੋ ਜਿਹੜੀ ਸਿਆਸੀ ਲਾਹਾ ਲੈਣ ਦੇ ਲਈ ਇਹਦੀ ਕੀਤਾ ਜਾ ਰਿਹਾ ਹੈ। ਠੀਕ है, इससे तो जवाब में लाली मजीठिया जी तो लाऊंगी, पर पहले गरेवाल साहब की खुदकुशी ਨੂੰ शहादत करार देना सही है? ਇੰਦਰਜੀਤ ਜੀ, ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰ ਦਿਆਂ जी। यूपीए ਦੀ ਸਰਕਾਰ, ਕਾਂਗਰਸ ਦੀ ਅਗਵਾਈ ਵਾਲੀ ਸਰਕਾਰ 10 ਸਾਲ ਰਹੀ, ਉਹਨਾਂ ਨੇ ਕੋਈ ਵੀ ਸਹੂਲਤ ਇਹਨਾਂ ਨੂੰ ਦਿੱਤੀ ਨਹੀਂ। ਔਰ ਮੋਦੀ ਜੀ ਦੀ ਸਰਕਾਰ ਆਈ, ਐਨਡੀਏ ਦੀ ਸਰਕਾਰ ਆਈ ਤੇ ਇਹ OROP ਦੀ ਜਿਹੜੀ ਸਹੂਲਤ ਆ ਇਹ ਇਹਨਾਂ ਨੂੰ ਮਿਲੀ। ਇਹ ਠੀਕ ਆ, ਉਹਦੇ 'ਚ ਕੋਈ ਕਮੀਆਂ ਹੋਣਗੀਆਂ ਉਹ ਦੂਰ ਹੋ ਜਾਣਗੀਆਂ ਆਪਸ 'ਚ ਡਿਸਕਸ਼ਨ ਕਰਕੇ। ਪਰ ਇੱਕ ਸ਼ਲਾਘਾਯੋਗ ਕਦਮ ਆ ਜੋ ਸਰਕਾਰ, ਭਾਰਤ ਸਰਕਾਰ ਨੇ ਲਿਆ। ਔਰ ਦੂਸਰੀ ਗੱਲ ਜਿਹੜੀ ਮੈਂ ਕਹਿਣਾ ਕਿ ਜਿਹੜੇ ਆ ਲੀਡਰ ਨੇ, ਆਰਮੀ ਨੂੰ ਬਿਲਕੁਲ ਸਾਨੂੰ ਆਪਣੀ ਰਾਜਨੀਤੀ 'ਚ ਨਹੀਂ ਘਸੀਟਣਾ ਚਾਹੀਦਾ। ਆਰਮੀ ਇੱਕ ਬਹੁਤ ਹੀ ਸਾਡੇ ਦੇਸ਼ ਦੇ ਲਈ ਪਵਿੱਤਰ ਸੰਸਥਾ ਔਰ ਉਹ ਇੰਸਟੀਟਿਊਸ਼ਨ ਹੈ ਇੱਕ, ਇਸ ਤਰ੍ਹਾਂ ਦੀ ਗੱਲ ਨਹੀਂ। ਉਹਦੇ ਉਸੇ ਕਰਕੇ ਹੀ ਸਾਡੀ ਡੈਮੋਕ੍ਰੇਸੀ, ਉਸੇ ਕਰਕੇ ਹੀ ਸਾਡੀ ਸੁਰੱਖਿਆ ਜਿਹੜੀ ਆ ਉਸ ਤੇ ਡਿਪੈਂਡ ਕਰਦੀ ਆ ਔਰ ਦੁਨੀਆ ਦੀ ਸਭ ਤੋਂ ਵਧੀਆ ਆਰਮੀ ਆ। ਮੈਂ ਇਹ ਪੁੱਛਣਾ ਚਾਹੁੰਦਾ ਕਿ ਕੀ ਜਦੋਂ ਸ਼ਹੀਦ ਹੇਮਰਾਜ ਉਹਦਾ ਸਿਰ ਕਲਮ ਕਰਕੇ ਲੈ ਗਏ ਸੀ ਪਾਕਿਸਤਾਨ ਵਾਲੇ, ਔਰ ਉਸ ਵੇਲੇ ਰਾਹੁਲ ਗਾਂਧੀ ਕਿਤੇ ਗਏ, ਉਹਨਾਂ ਦੇ ਘਰ ਮਿਲਣ ਗਏ, ਉਹਨਾਂ ਨੂੰ ਕੇਜਰੀਵਾਲ ਨੇ 1 ਕਰੋੜ ਰੁਪਇਆ ਜਾਂ 2 ਕਰੋੜ ਰੁਪਏ ਦੇਣ ਦੀ ਗੱਲ ਕੀਤੀ? ਔਰ ਅੱਜ ਕੇਜਰੀਵਾਲ ਇਹ ਸਭ ਕਿਉਂ ਕਰ ਰਹੇ ਨੇ? ਇਹ ਆਰਮੀ ਨੂੰ ਰਾਜਨੀਤੀ 'ਚ ਘਸੀਟ ਰਹੇ ਨੇ। ਇਹ ਸਾਡੇ ਮੁਲਕ ਦੇ ਲਈ ਔਰ ਡੈਮੋਕ੍ਰੇਸੀ ਦੇ ਲਈ ਮੰਦਭਾਗੀ ਗੱਲ ਆ। ਇਹਨਾਂ ਲੀਡਰਾਂ ਨੂੰ ਆਪਣਾ ਡੈਮੋਕ੍ਰੇਸੀ 'ਚ ਕਿਸ ਤਰ੍ਹਾਂ ਦਾ ਆਚਰਣ ਕਰਨਾ ਇਹ ਜ਼ਰੂਰ ਸਿੱਖਣਾ ਪਏਗਾ। ਔਰ ਦੂਸਰੀ ਗੱਲ ਜੀ, ਸਰਕਾਰ ਦੀ ਤਰਫੋਂ ਇਹਨਾਂ ਨੂੰ ਰਾਮ ਕ੍ਰਿਸ਼ਨ ਜੀ ਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਸੀ। ਬੈਂਕ ਦੇ ਨਾਲ ਉਹਨਾਂ ਦੀ ਥੋੜੀ ਬਹੁਤ ਐਸੀ ਗੱਲ ਸੀ ਜਿਹਦੇ 'ਚ ਕੋਈ ਕਮੀ ਰਹਿ ਗਈ ਸੀ, ਉਹ ਦੂਰ ਹੋ ਜਾਂਦੀ ਹੈ। ਉਹਦੇ 'ਚ ਸਰਕਾਰ ਦੀ ਕੋਈ ਗਲਤੀ ਨਹੀਂ ਸੀ। ਇਸ ਕਰਕੇ ਉਹ ਜਾਂਚ ਏਜੰਸੀ ਆਪਣਾ ਜਾਂਚ ਕੰਮ ਕਰ ਰਹੀ ਆ। ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਕੋਲ ਇਸ ਦੀ ਜਾਂਚ ਆ, ਉਹ ਆਪਣਾ ਕੰਮ ਕਰੇ ਤਾਂ ਇਹਦੇ ਕਿਉਂ ਸੁਸਾਈਡ ਉਹਨਾਂ ਨੇ ਕੀਤਾ, ਕੀ ਕਾਰਨ ਸੀ, ਉਹ ਸਾਹਮਣੇ ਆ ਜਾਣਗੇ। ਇੰਨੀ ਜਲਦਬਾਜ਼ੀ ਵੀ ਕੀ ਹੈ ਨਾ ਲੀਡਰਾਂ ਨੂੰ? ਠੀਕ ਹੈ, ਬਾਰ-ਬਾਰ ਭੱਜੇ ਫਿਰ ਰਹੇ ਆ ਇੱਧਰ ਤੋਂ ਉੱਧਰ, ਇੱਧਰ ਤੋਂ ਉੱਧਰ। गरेवाल साहब, ਬਹੁਤ ਸਾਰੇ भारद्वाज साहब, ਹਾਂਜੀ, ਕਿ ਇੱਥੇ ਹੁਣ ਮੁੱਦੇ ਤੇ ਸਿਰਫ ਸਿਆਸਤ ਹੋ ਰਹੀ ਹੈ ਜਾਂ ਵਾਕਈ ਜੋ ਹੈ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਹੋ ਰਹੀ ਹੈ? इंदरजीत जी, देखो ऑक्सफोर्ड डिक्शनरी और बाकी और जितनी डिक्शनरी है ਉਹਦੇ ਚ ਤੁਸੀਂ ਸ਼ਹੀਦ ਜਿਹੜਾ ਅੰਗਰੇਜ਼ੀ ਵਿੱਚ ਮਾਰਟੀਰ ਕਹਿੰਦੇ ਆ, ਉਹਦੀ ਡੈਫੀਨੇਸ਼ਨ ਦੇਖੋ ਤਾਂ ਉਹ ਕਹਿੰਦੇ ਆ ਜੇ ਕੋਈ ਬੰਦਾ ਆਪਣੇ ਧਰਮ ਲਈ, ਉਸ ਨੂੰ ਬਚਾਉਣ ਲਈ ਜਾਂ ਕਿਸੇ ਉਸੂਲ ਲਈ, ਪ੍ਰਿੰਸੀਪਲ ਲਈ ਆਪਣੀ ਜਾਨ ਦੀ ਔਰ ਬਹੁਤ ਵੱਡੀ ਕੁਰਬਾਨੀ ਦਿੰਦਾ ਹੈ ਤਾਂ ਉਸ ਨੂੰ ਮਾਰਟੀਰ ਕਿਹਾ ਜਾਂਦਾ ਹੈ। ਹੁਣ ਇਹ ਕਹਿਣਾ ਕਿ ਉਸਨੇ ਆਤਮ ਹੱਤਿਆ की, जिस तरह खट्टर साहब ने किया है, आत्महत्या तो चंद्रशेखर आज़ाद ने भी एल्फ्रेड पार्क में इलाहाबाद की थी। उसनों असी चंद्रशेखर आज़ाद ਨੂੰ ਅਸੀਂ शहीद नहीं मानते। सिर्फ ये कहना कि चंद्रशेखर आज़ाद की उसने आत्महत्या की सी इस करके वो शहीद नहीं हो सकता, ये बिल्कुल गलत है। दरअसल देखने वाली गल जड़ी है वो ये है कि कोई उसूल सी जिस ਲਈ राम किशन जी लड़े, और उसूल मैं समझदा सी कि फौजी दी रिस्पैक्ट, फौजी दी इज्जत, फौजी ਨੂੰ ਪ੍ਰੋਪਰ ਮਾਨ सम्मान देना। ਤੁਹਾਡੇ ਯਾਦ ਹੋਵੇਗਾ ओबामा ने कहा सी कि ਇਹ ਫੌਜੀਓ ਤੁਸੀਂ ਫਿਕਰ ਨਾ ਕਰੋ, ਤੁਸੀਂ ਸਾਡੇ ਲਈ ਜਾਨ ਦਿੱਤੀ ਹੈ, ਅਸੀਂ ਜਦੋਂ ਤੁਸੀਂ ਵਰਦੀ ਛੱਡੋਗੇ ਅਸੀਂ ਤੁਹਾਡੀ ਛੱਤ ਦਾ, ਤੁਹਾਡੀ ਨੌਕਰੀ ਦਾ ਪੂਰਾ ਪ੍ਰਬੰਧ ਕਰਾਂਗੇ। ਔਰ ਉਹਨਾਂ ਨੇ ਕੀਤਾ। तो उस उसूल ਲਈ कि ਜਿਹੜਾ ਬੰਦਾ ਫੌਜ में रह के देश ਲਈ ਲੜਦਾ ਹੈ, ਕੁਰਬਾਨੀ ਕਰਦਾ ਹੈ, ਉਸ ਨੂੰ ਜੇ ਤੁਸੀਂ ਪ੍ਰੋਪਰ ਜਗ੍ਹਾ ਨਹੀਂ ਦਿੰਦੇ, ਉਸ ਨੂੰ ਤੁਸੀਂ ਕਰਦੇ। ਬਲਕਿ ਮੈਂ ਕਹਿੰਦਾ ਕਿ ਜਨਰਲ ਸਾਹਿਬ ਨੇ ਇੰਨੀ ਗੱਲ ਕਹੀ ਕਿ ਉਹਦਾ ਦਿਮਾਗ ਖਰਾਬ ਸੀ। ਇੱਕ ਬੰਦਾ ਜਿਹੜਾ ਸਰਪੰਚ ਚੁਣਾ ਗਿਆ ਹੋ, ਕਾਮਯਾਬੀ ਨਾਲ ਪਿੰਡ ਦਾ ਵਿਕਾਸ ਕਰਦਾ ਹੋ, ਉਹਨੂੰ ਬੇਇੱਜ਼ਤੀ ਕਰਨਾ, ਸ਼ਹੀਦ ਦੀ ਤਾਂ ਗੱਲ ਛੱਡੋ, ਇਹਨਾਂ ਨੇ ਤਾਂ ਬੇਇੱਜ਼ਤੀ ਕੀਤੀ। ਇਹਨੂੰ ਕਹਿਣਾ ਕਿ ਇਹਦਾ ਦਿਮਾਗ ਖਰਾਬ ਸੀ, ਦਿਮਾਗ ਦਾ ਸੰਤੁਲਨ ਨਹੀਂ ਸੀ। ਔਰ ਜਿਹੜੇ ਲੋਕ ਮਿਲਣ ਗਏ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਉਹਨਾਂ ਨੇ ਕੈਦ ਵਿੱਚ ਰੱਖਿਆ, 1 ਵਜੇ ਤੱਕ ਜੇਲ੍ਹ ਵਿੱਚ ਰੱਖਿਆ। ਇਹ ਸ਼ਹੀਦ ਨੂੰ ਜਾਂ ਕਿਸੇ ਬੰਦੇ ਨੂੰ ਜਿਸਨੇ ਇੱਕ ਉਸੂਲ ਲਈ ਆਪਣੀ ਜਾਨ ਗਵਾਈ, ਉਸ ਨੂੰ ਸ਼ਰਧਾਂਜਲੀ ਦੇਣ ਦਾ ਇਹ ਤਰੀਕਾ ਹੁੰਦਾ। ਮੈਂ ਸਮਝਦਾ ਕਿ ਇਹ ਬਹੁਤ ਮਾੜੀ ਗੱਲ हुई है और इसकी निंदा करनी चाहिए। जी ठीक है। ब्रिगेडियर साहब,
ਕਿਉਂਕਿ ਤੁਸੀਂ ਰੱਖਿਆ ਮਾਹਰ ਹੋ, ਤੁਸੀਂ ਬਹੁਤ ਚੰਗੇ ਤਰੀਕੇ ਨਾਲ ਸਮਝਦੇ ਹੋ ਕਿ ਸ਼ਹਾਦਤ ਕੀ ਚੀਜ਼ ਹੁੰਦੀ ਹੈ, ਕਿੰਨੀ ਅਹਿਮੀਅਤ ਹੁੰਦੀ ਹੈ, ਕਿੰਨੀ ਸੰਜੀਦਗੀ ਹੁੰਦੀ ਹੈ। ਪਰ ਕੀ ਸਾਬਕਾ ਫੌਜੀ ਨੇ ਜਿਸ ਤਰ੍ਹਾਂ ਨਾਲ ਸੁਸਾਈਡ ਕੀਤਾ 1 ਰੈਂਕ 1 ਪੈਨਸ਼ਨ ਨੂੰ ਆਧਾਰ ਬਣਾ ਕੇ, ਕੀ ਅਸੀਂ ਇਸ ਨੂੰ ਸ਼ਹਾਦਤ ਦੀ, ਸ਼ਹੀਦਾਂ ਦੀ ਕੈਟੇਗਰੀ 'ਚ ਰੱਖ ਸਕਦੇ ਹਾਂ? देखिए मैडम, शहादत की जो डेफिनेशन है, जो फलसफा है, वो हर धर्म, हर समाज वास्ते, फौज वास्ते अलग अलग डेफिनेशंस हैं उसकी। जी, कोई प्रवानशुदा है, कोई नहीं है। और ये अरबी का शब्द है, अरबी के शब्द तो लिया गया जिसका मतलब ये गवाही, जिसका मतलब कि शक सी, और इनू बाद च इनू बदलिया गया शहादत। ते शहादत इस्लाम दे विच ओहदी कुछ होर परिभाषा है। फौज दे विच जदों कोई जवान देश की खातर सरहदां की लड़ाई या किसी होर काम च जदों उहनूं कोई काम दिता उत्थे वो शहीद हो जाता, उत्थे जो वो लड़दियां या वैसे ओहदी परिभाषा है जैसे कि बैटल कैजुअल्टी है या बैटल एक्सीडेंट, तो उन्हें शहीद मानिया जाता है। इत्थे गल ये वे, इत्थे मुद्दा ये वे कि ये जिहड़ी शहादत दिती गई ये कोई अपने पर्सनल काम वास्ते सी, कोई ओहदी बच्चों की बेरोजगारी नूं लैके सी, या कोई ओहदी कोई घर की मुसीबत सी। फौज च भी हुंदियां ने आत्महत्या, सानू पता है कई समस्या पर्सनल बहुत ज़्यादा हुंदियां ने। इत्थे पिछले कई लंबे समय तो असीं सिर्फ अगर गल करिए जंतर मंतर की, तो तकरीबन 18 महीने पहले देश भर दियां 40 साबका सैनिकां दियां जथेबंदियां दे नुमाइंदे एकजुट होके डिफेंस मिनिस्टर नूं मिले और उन्होंने अर्ज की कि आ साडा एक रैंक एक पेंशन का मुद्दा, जिहदा पहली बारी सन 83 दे विच हाई पार्ट कमेटी उस समय KPS दियो जो कि राज्य रक्षा मंत्री थे, बाद में उपटीए के ब्रिगेडियर भी बने, उधर से शुरू हुई और अभी तक नहीं मिली। तो नहीं तो फिर हम संघर्ष शुरू करेंगे शांतमई ढंग से। और शांतमई ढंग नाल शुरू किया संघर्ष, अखीर ते भुख हड़ताल हुई, मरण वर्त रखा गया और ਉਹਦੇ ਵਿੱਚ बड़े बड़े जरनैल सारे किस्म के रैंक के अहुदे उत्थे शामिल होए और लगातार संघर्ष चलते रहे। किसी ने बात नहीं पूछी, कोई नेता उत्थे पहुंचा नहीं। ਜਦੋਂ ਕੋਈ ਗੱਲ ਹੁੰਦੀ ਹੈ ਬਾਹਰ ਕਿਤੇ ਹੋਰ ਜਾਣਾ ਹੁੰਦਾ, ਪ੍ਰਧਾਨ ਮੰਤਰੀ ਵੀ ਰੱਖਿਆ ਮੰਤਰੀ ਸਾਰੇ ਚਲੇ ਜਾਂਦੇ ਨੇ। ब्रिगेडियर साहब, मेरा सीधा सवाल है, अखीर ते एक सीधा सवाल है क्यों चुकिया उसने कदम सूबेदार रामकिशन दी सुसाइड ਨੂੰ ਅਸੀਂ ਸ਼ਹੀਦ ਮੰਨ ਸਕਦੇ ਹਾਂ? मैं दसन लगा मैडम जी, वो इस करके कि सिर्फ वो असूलों की लड़ाई सीगी, ਉਹਨੇ अपने वास्ते नहीं की, अपने बच्चों वास्ते नहीं की। एक समाज है, एक पूरा वर्ग है जिस फौजी होने वाले भी शामिल ने और ਉਹਨੇ ਉਹਨਾਂ ਦੇ ਵਾਸਤੇ ਭਵਿੱਖ ਵਾਸਤੇ अपनी बलिदान दिता। ਤੇ ਜਿਹੜਾ बलिदान दिता वो ਉਹਦੇ स्टेटस वास्ते है। ਤੁਸੀਂ ਤੇ सूबेदार कह के गल कर दी, सूबेदार रामकिशन मेरे पास मंत्री बैठे ने तो पहले ही दर्जे तक गिराता, कहते हैं हवलदार। ये हालत है साडी, साडा दर्जा ही हटा किया जा रहा है। इस वास्ते उन्हें शहादत दी है। ये शहीद उन्होंने इस करके स्वीकार करना, उन्हें कोई बेनीफिट तो मिल गए, पैसे की गल तो है नहीं। करोड़ रुपया एक मुख्यमंत्री ने देता, दूसरे दे रहे हैं। गल तो यह है कि वो एक किस्म की मिसाल है जो कि पहलों नहीं दी गई किते भी। ठीक है, तुसी कह रहे हो मिसाल है, पर अकाली दल वालों क्या जा रहा है कि सिर्फ सियासत की जा रही है। ठीक है, अकाली दल वालों क्या जा रहा है, सियासत की जा रही है। लाली मजीठिया जी, कांग्रेस ते आम आदमी पार्टी सियासत कर रही है। ये सियासत देखो जी, हर मसले ते सियासत करना चाहते हैं सियासी लोग। ठीक है, ब्रिगेडियर साहब, आपां जिहड़ी है वो करनी नहीं, आपां गल करनी है हुण गल इहो करनी है सी मैडम, असी गल इहो करनी है कि उन्हें अपने खातर, देश की खातर उन्हें लिख के देता है, मैं अपने साथियों की खातर कर रहा, दे रहा, कुर्बानी दे रहा, जिन्हें जंगा जितियां ने, जिन्हें पहलों अपनी जिंदगी का अहम समा बताया है और ओदी सुनवाई ना होए। मैं एक गल करना चाहना, दर्जे की जरूर गल करांगा। देखो क्योंकि फौज दे विच ते बोल नहीं सकते, प्रधानमंत्री ने भी कहा कि फौजी बोलते नहीं काम करते। मैं दसना दर्जे की गल करदा, लैफ्टिनेंट जनरल रणवीर सिंह DGMO जिन्हें सर्जिकल ऑपरेशन सारा कमांड किया, ओदा दर्जा एक गवर्नर, एक जड़ा DGP है गोवा का, ਉਹਦੇ ਨਾਲ ਥੱਲੇ ਕਰਤਾ ਗਿਆ ਸਹਿਮਤ ਬੇ ਕਮਿਸ਼ਨ ਨੇ। ਉਹਦੇ ਵਾਸਤੇ ਕੌਣ ਜੰਗ ਲੜੇਗਾ? ਤਿੰਨੇ ਸੈਨਾ ਮੁਖੀ ਇਕੱਠਿਆਂ ਹੋ ਕੇ ਇਸ ਟਾਈਮ 7th पे कमीशन ਦੀਆਂ ਸਿਫਾਰਿਸ਼ਾਂ ਠੁਕਰਾ ਦਿੱਤੀਆਂ ਨੇ। ਇੱਕ ਬਹੁਤ ਬੜਾ ਸੰਦੇਸ਼ ਹੈ
ਠੀਕ ਹੈ ਇਸ ਸਰ, ਵਾਸਤੇ ਠੀਕ ਹੈ ਇਹਨੂੰ ਬ੍ਰਿਗੇਡੀਅਰ ਜਿਹੜਾ ਸਾਹਿਬ, ਮੈਂ ਸ਼ਹੀਦ ਆਉਂਗੀ ਤੁਹਾਡੇ ਕੋਲ ਕੀਤਾ ਵਾਪਸ, ਜਾਂਦਾ, ਮੈਂ ਸੋਚਦਾ ਮੈਂ ਵਾਪਸ ਇਹ ਆਉਂਗੀ ਬਹੁਤ ਸਰ ਜ਼ਿਆਦਾ ਤੁਹਾਡੇ ਸੰਕੇਤ ਕੋਲ। ਹੋਏਗਾ। ਲਾਲੀ ਮਜੀਠੀਆ ਜੀ, ਕੀ ਕਾਂਗਰਸ महज इस मुद्दे ਤੇ ਸਿਆਸਤ ਕਰ ਰਹੀ ਹੈ? ਅਕਾਲੀ ਦਲ ਦਾ ਇਲਜ਼ਾਮ ਹੈ। ਇੰਦਰਜੀਤ, ਮੈਂ ਕਹਿਣਾ ਚਾਹੁੰਦਾ ਕਿ ਸਿਆਸਤ ਸ਼ੁਰੂਆਤ ਤੇ ਇਹਨਾਂ ਬੀਜੇਪੀ ਨੇ ਕੀਤੀ ਹਰ ਗੱਲ ਤੇ, ਔਰ ਸਰਜੀਕਲ ਸਟ੍ਰਾਈਕਸ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਜਿਵੇਂ ਉਹ ਸ਼੍ਰੀ ਮੋਦੀ ਜੀ ਦੀ ਪਰਸਨਲ ਅਚੀਵਮੈਂਟ ਹੁੰਦੀ ਆ, ਜਿਵੇਂ ਆਰਮੀ ਦੀ ਕੋਈ ਗੱਲ ਨਹੀਂ ਹੁੰਦੀ। ਜੇ ਅੱਜ ਯੂਪੀ 'ਚ ਇਲੈਕਸ਼ਨ ਆ ਤੇ ਉੱਥੇ ਇੱਕ ਸਾਈਡ ਤੇ ਉੱਥੇ ਇਹ ਸੰਦੇਸ਼ ਭੇਜ ਰਹੇ ਨੇ, ਗ੍ਰੀਟਿੰਗਸ ਭੇਜ ਰਹੇ ਨੇ ਜਿਹੜੇ ਸਾਡੇ ਆਰਮੀ ਨਾਲ ਰਿਲੇਟਡ ਪਰਸੋਨਲਸ ਨੇ, ਚਾਹੇ ਉਹ ਆਫੀਸਰਸ ਨੇ ਚਾਹੇ ਜਵਾਨ ਨੇ, ਔਰ ਦੂਸਰੀ ਸਾਈਡ ਤੇ ਇਹਨਾਂ ਦੇ ਫਾਈਨਾਂਸ ਮਿਨਿਸਟਰ ਪਰਸਨਲੀ ਕਹਿ ਰਹੇ ਜਦੋਂ ਇਹਨਾਂ ਦੀ ਮੀਟਿੰਗ ਹੁੰਦੀ ਆ ਕਿ ਜੋ ਕੁਝ ਤੁਹਾਨੂੰ ਮਿਲ ਗਿਆ ਬਹੁਤ ਕੁਝ ਮਿਲ ਗਿਆ, ਇਸ ਤੋਂ ਅੱਗੇ ਅਸੀਂ ਤੁਹਾਨੂੰ ਕੁਝ ਦੇ ਨਹੀਂ ਸਕਦੇ। ਔਰ ਇਹ ਗਰੇਵਾਲ ਸਾਹਿਬ ਕਹਿ ਰਹੇ ਸੀਗੇ ਕਿ ਕੋਈ ਕਾਰਨ ਨਹੀਂ ਸੀ ਆ, ਕਾਰਨ ਮੈਂ ਦੱਸਦਾ ਗਰੇਵਾਲ ਸਾਹਿਬ ਨੂੰ, 1.5 ਲੱਖ JCO ਹੈ ਜਿਹਦੇ ਬਾਰੇ ਮਨੋਹਰ ਪਾਰੀਕਰ ਜੀ ਨੂੰ ਆਪ ਹੀ ਕਹਿੰਦੇ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ, ਮੈਨੂੰ ਤਾਂ ਹੁਣ ਸਮਝ ਆਉਣ ਲੱਗੀ ਕਿ ਇਹਨਾਂ ਦਾ ਮਸਲਾ ਕੀ ਆ। ਉਹਨਾਂ 1 ਲੱਖ JCO ਦੀ ਗੱਲ ਕੀਤੀ ਆ, 1.5 ਲੱਖ JCO ਆ ਜਿਨ੍ਹਾਂ ਨੂੰ X ਤੇ Y ਕੈਟਾਗਰੀ 'ਚ ਇਹਨਾਂ ਨੇ ਕਰਤਾ। ਬੇਸਿਕਲੀ ਇਹਨਾਂ ਨੇ 1 ਰੈਂਕ 1 ਪੈਨਸ਼ਨ ਜਿਹੜਾ ਫੈਬਰੂਰੀ 2014 ਵਿੱਚ ਰਾਹੁਲ ਗਾਂਧੀ ਹੋਣਾ ਨੇ ਕਰਵਾਇਆ ਸੀ, ਗਰੇਵਾਲ ਸਾਹਿਬ ਕਹਿ ਰਹੇ ਨੇ ਕਿਸੇ ਨੇ ਕੀਤਾ ਨਹੀਂ, ਇਹ ਪਹਿਲੀ ਗਵਰਨਮੈਂਟ ਨੇ ਕੀਤਾ ਸੀਗਾ। ਉਹਦੀਆਂ ਇਹਨਾਂ ਨੇ ਧੱਜੀਆਂ ਉਡਾਈਆਂ, ਇਹਨਾਂ ਨੇ ਉਹਨੂੰ 1 ਰੈਂਕ 1 ਪੈਨਸ਼ਨ ਰਹਿਣ ਹੀ ਨਹੀਂ ਦਿੱਤਾ, ਉਹਨੂੰ ਰਾਦਰ ਇਹਨਾਂ ਨੇ ਉਹਨਾਂ ਦੀ ਪੈਨਸ਼ਨ ਦੇ ਵਿੱਚ ਇਨਕਰੀਜ਼ ਕਰਤੀ। ਅੱਜ ਮੁੱਦੇ ਕੀ ਨੇ ਆਰਮੀ ਦੇ? 4 ਬੇਸਿਕ ਮੁੱਦੇ ਨੇ ਜਿਨ੍ਹਾਂ ਤੇ ਜਿਹੜੇ ਸਾਡੇ ਆਰਮੀ ਪਰਸੋਨਲਸ ਨੇ ਉਹਨਾਂ ਨੂੰ ਇਤਰਾਜ਼ ਆ। ਸਭ ਤੋਂ ਪਹਿਲੀ ਤਾਂ ਇਹ ਗੱਲ ਆ ਕਿ ਇਹ ਕਹਿ ਰਹੇ ਨੇ ਕਿ 1 ਮੈਨ ਜੁਡੀਸ਼ੀਅਲ ਕਮਿਸ਼ਨ ਬਣਾਓ। ਉਹ ਕਹਿ ਰਹੇ ਨੇ ਜੀ ਕਿ ਸਾਡੇ ਆਰਮਡ ਫੋਰਸਿਸ ਦੇ ਰਿਪਰੈਜ਼ੈਂਟੇਟਿਵ ਵਿੱਚ ਚਾਹੀਦੇ ਨੇ, ਔਰ ਉਹਨਾਂ ਦਾ ਬਿਲਕੁਲ ਵਾਜਬ ਜਿਹੜਾ ਇਹ ਇਤਰਾਜ਼ ਆ, ਕਿਉਂਕਿ 1973 ਦੇ ਵਿੱਚ ਬੇਸਿਕ ਪੇ ਦਾ 75% ਆਰਮੀ ਦੀ ਪੈਨਸ਼ਨ ਹੁੰਦੀ ਸੀ, ਔਰ ਜਿਹੜਾ ਬਿਊਰੋਕਰੈਟ ਸੀ ਉਹਦਾ ਸਿਰਫ 33% ਹੁੰਦੀ ਸੀ। ਬਿਊਰੋਕਰੈਟਸ ਨੇ 3rd ਪੇ ਕਮਿਸ਼ਨ 'ਚ 1973 ਦੇ ਵਿੱਚ 75% ਘਟਾ ਕੇ ਜਿਹੜੇ ਦੇਸ਼ ਦੇ ਰਾਖੇ ਸਰਹੱਦਾਂ ਤੇ ਜਾਨ ਗਵਾਉਂਦੇ ਆ ਉਹਨੂੰ 50% ਕਰਤਾ, ਔਰ ਜਿਹੜੀ IS ਲੌਬੀ ਨੇ ਆਪਣੀ 33 ਤੋਂ 50% ਕਰ ਲਈ। ਉਹ 4th ਕਮਿਸ਼ਨ 5th ਕਮਿਸ਼ਨ 6th ਕਮਿਸ਼ਨ ਦੇ ਵਿੱਚ ਉਹ ਚੱਲਦਾ ਰਿਹਾ। 7th ਕਮਿਸ਼ਨ ਦੇ ਵਿੱਚ ਆਣ ਕੇ ਇਹਦੇ ਤੇ ਰੌਲਾ ਪਿਆ, ਔਰ ਅੱਜ ਜਿਹੜੀ ਆ ਉਹ ਦੂਸਰਾ ਉਹਨਾਂ ਦਾ ਇਤਰਾਜ਼ ਆ ਕਿ ਸਾਨੂੰ 5 ਸਾਲ ਬਾਅਦ ਨਹੀਂ, ਜੇ 5 ਸਾਲ ਬਾਅਦ ਕਰਨਗੇ। ਪਹਿਲੀ ਗੱਲ 1 ਰੈਂਕ 1 ਪੈਨਸ਼ਨ ਹੈ ਕੀ? 1 ਰੈਂਕ 1 ਪੈਨਸ਼ਨ ਦਾ ਮਤਲਬ ਇਹ ਆ ਕਿ ਚਾਹੇ ਕੋਈ 1971 'ਚ ਰਿਟਾਇਰ ਹੋਇਆ ਤੇ ਚਾਹੇ ਕੋਈ ਅੱਜ ਹੋਇਆ, ਜੇ ਉਹਦਾ ਰੈਂਕ ਸੇਮ ਸੀਗਾ ਤੇ ਇਹ ਨਹੀਂ ਕਿ ਉਹਨੂੰ ਉਦੋਂ ਦੇ ਹਿਸਾਬ ਨਾਲ 50 ਰੁਪਏ ਪੈਨਸ਼ਨ ਮਿਲੇ, ਅੱਜ ਦੇ ਹਿਸਾਬ ਨਾਲ ਉਹਨੂੰ 19 ਮਿਲਣੀ ਚਾਹੀਦੀ ਜਿਹੜੇ ਅੱਜ ਦੇ ਰਿਟਾਇਰ ਨੂੰ ਮਿਲੇ। ਕਈ ਕਮੀਆਂ ਜੋ ਹੈ ਉਹ ਸਾਬਕਾ ਫੌਜੀਆਂ ਦੇ ਵੱਲੋਂ ਕਹੀਆਂ ਜਾ ਰਹੀਆਂ ਨੇ 1 ਰੈਂਕ 1 ਪੈਨਸ਼ਨ ਤੇ, ਪਰ ਸਰਕਾਰ ਵੱਲੋਂ ਵੀ ਸਰ ਦਾਵਾ ਕੀਤਾ ਜਾ ਰਿਹਾ ਕਿ ਇਹਨਾਂ ਦੀ ਮੰਗਾਂ ਜੋ ਹੌਲੀ-ਹੌਲੀ ਪੂਰੀਆਂ ਕਰ ਦੇ। ਐਡੀ ਵੱਡੀ ਪ੍ਰੋਬਲਮ ਨੂੰ ਆਪਾਂ ਇੱਕ ਸਵਾਲ ਦੇ ਨਾਲ ਅੱਜ ਦਾ ਜੋ ਮੁੱਦਾ ਹੈ, ਅੱਜ ਦਾ ਮੁੱਦਾ ਇਹ ਹੈ ਕਿ ਕੀ ਸਾਨੂੰ ਸ਼ਹਾਦਤ ਦਾ ਦਰਜਾ ਦੇਣਾ ਚਾਹੀਦਾ, ਜਿਸ ਤਰ੍ਹਾਂ ਨਾਲ ਸਾਬਕਾ ਫੌਜੀ ਰਾਮਕਿਸ਼ਨ ਜੀ ਨੇ। ਜੀ ਤੁਹਾਡਾ ਮੁੱਦਾ ਹੀ ਗਲਤ ਆ ਸਰ, ਤੁਹਾਡਾ ਬੇਸਿਕਲੀ ਮੁੱਦਾ ਹੀ ਗਲਤ ਆ ਸਰ। ਮੁੱਦਾ ਇਹ ਹੈ ਕਿ ਕੀ ਸ਼ਹਾਦਤ ਦਾ ਦਰਜਾ ਦਿੱਤਾ ਜਾਣਾ ਜਾਂ ਨਹੀਂ ਜਾਣਾ ਚਾਹੀਦਾ, ਇਹੀ ਮੇਰਾ ਸਵਾਲ ਹੈ। ਜੋ ਬ੍ਰਿਗੇਡੀਅਰ ਸਾਹਿਬ ਨੇ ਗੱਲ ਕਹੀ ਆ, ਜੋ ਬ੍ਰਿਗੇਡੀਅਰ ਸਾਹਿਬ ਨੇ ਕਹੀ ਆ, ਭਾਰਦਵਾਜ ਸਾਹਿਬ ਨੇ ਕਹੀ ਆ, ਗੱਲ ਉਹ ਆ ਕਿ ਅੱਜ ਇਹ ਹੋਇਆ ਕਿਉਂ? ਇੱਕ ਐਡਾ ਵੱਡਾ ਇਸ਼ੂ ਆ ਆਰਮਡ ਫੋਰਸਸ ਦਾ, ਉਹਨੂੰ ਆਪਾਂ ਇੱਕ ਐਸ ਮੈਚ ਕੁਐਸਚਨ ਦੇ ਨਾਲ ਉਹਨੂੰ ਸਾਰੇ ਨੂੰ ਰਾਈਟ ਆਫ ਨਹੀਂ ਕਰ ਸਕਦੇ। ਮੈਂ ਬਿਲਕੁਲ ਸਰ, ਬਿਲकुल ਸਰ, ਲੇਕਿਨ ਸਮਾਂ ਬਹੁਤ ਘੱਟ ਹੈ, ਇਸ ਕਰਕੇ ਸਮਾਂ बहुत घट है, इस करके मैं चाहती हूं कि सारियां दी जो इस तरह राय ली जाए, क्योंकि ये बहुत संजीदगी पर है, बहुत गंभीरता वाला मुद्दा है। ਅਸੀਂ ਵੀ ਚਾਹੁੰਦੇ ਕਿ ਸਰਕਾਰਾਂ ਸਰ ਅਸੀਂ ਵੀ ਚਾਹੁੰਦੇ ਕਿ ਸਰਕਾਰਾਂ ਗੰਭੀਰਤਾ ਦੇ ਨਾਲ ਲੈਣ ਇਸ ਮੁੱਦੇ ਨੂੰ। ਠੀਕ ਹੈ ਸਰ, ਸਰਕਾਰਾਂ ਨੂੰ ਵੀ ਗੰਭੀਰਤਾ ਨਾਲ ਲੈਣਾ ਚਾਹੀਦਾ। ਠੰਡਲ ਸਾਹਿਬ, ਤੁਸੀਂ ਲਗਾਤਾਰ ਕਹਿ ਰਹੇ ਹੋ ਕਿ ਸਿਆਸਤ ਕੀਤੀ ਜਾ ਰਹੀ ਹੈ ਕਾਂਗਰਸ ਦੇ ਵੱਲੋਂ, ਪਰ ਬ੍ਰਿਗੇਡੀਅਰ ਸਾਹਿਬ ਕਹਿ ਰਹੇ ਨੇ ਕਿ ਇਹ ਤਾਂ ਇੱਕ ਮਿਸਾਲ ਕਾਇਮ ਕੀਤੀ ਹੈ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਸੁਸਾਈਡ ਕਰਤਾ। ਆਪਣੇ ਲਈ ਨਹੀਂ ਦਿੱਤੀ ਉਹਨਾਂ ਨੇ ਜਾਨ, ਉਹਨਾਂ ਨੇ ਆਪਣੇ ਫੌਜੀ ਭਰਾਵਾਂ ਦੇ ਲਈ ਜਾਨ ਦਿੱਤੀ ਹੈ। ਦੇਖੋ ਇੰਦਰਜੀਤ ਜੀ, ਜਿਹੜੇ ਜਵਾਨ ਸਰਹੱਦਾਂ ਦੇ ਉੱਪਰ ਦੇਸ਼ ਦੀ ਰਾਖੀ ਕਰਦੇ ਆ, ਉੱਥੇ ਆਪਣੀ ਜਾਨ ਦਿੰਦੇ ਆ, ਵਰਦੀ ਵਿੱਚ ਹੁੰਦੇ ਆ, ਉਹਨਾਂ ਨੂੰ ਆਪਾਂ ਸਾਰੇ ਸ਼ਹੀਦ ਮੰਨਦੇ ਆ। ਇਹ ਠੀਕ ਆ, ਬ੍ਰਿਗੇਡੀਅਰ ਸਾਹਿਬ ਕਾਫੀ ਲੰਬੇ ਸਮੇਂ ਤੋਂ ਇਹ ਸੰਘਰਸ਼ ਦੇ ਨਾਲ ਜੁੜੇ ਹੋਏ ਆ। ਅੱਜ ਮੇਰੇ ਵੀਰ ਕਾਂਗਰਸ ਵਾਲੇ ਵੀ ਇਹ ਮੁੱਦਾ ਉਠਾ ਰਹੇ ਆ, ਪਰ ਕਿੰਨੇ ਸਾਲ ਬੀਤ ਗਏ, ਇਹ 40 ਸਾਲ ਤੋਂ ਵੱਧ ਸਮਾਂ ਹੋ ਗਿਆ 1 ਰੈਂਕ 1 ਪੈਨਸ਼ਨ ਦੀ ਡਿਮਾਂਡ ਕਰਦਿਆਂ ਨੂੰ। ਇਹ ਇਹਨਾਂ ਨੇ ਲੰਬਾ ਸਮਾਂ ਰਾਜ ਕਰਕੇ ਦੇ ਨਹੀਂ ਸਕੇ। ਅੱਜ ਸਾਨੂੰ ਵੀ ਉਹਨਾਂ ਦੇ ਇਹ ਜੋ ਹੋਇਆ ਸਾਨੂੰ ਵੀ ਦੁੱਖ ਆ, ਪਰ ਅੱਜ ਉਹਨੂੰ ਇਸ ਕਰਕੇ ਕਿਉਂਕਿ ਸਰਕਾਰ 'ਚ ਨਹੀਂ, ਵਿਰੋਧੀ ਦਲ ਵਿੱਚ ਬੈਠ ਕੇ ਅੱਜ ਕਹੀ ਜਾਂਦੇ ਆ ਕੰਮ ਹੋਣਾ ਚਾਹੀਦਾ, ਜਦੋਂ ਆਪ ਸਰਕਾਰ ਵਿੱਚ ਰਹੇ ਆ। ਇਹ ਕਹਿੰਦੇ ਆ ਜੀ ਰਾਹੁਲ ਗਾਂਧੀ ਨੇ ਕੀਤਾ ਸੀ। ਰਾਹੁਲ ਗਾਂਧੀ ਨੇ ਕਿਹੜਾ ਫਾਰਮੂਲਾ ਲੈ ਕੇ ਆਂਦਾ ਸੀ? ਉਹ ਜਿਹੜਾ ਦੱਸ ਸਕਦੇ ਕੀ ਉਹਦੇ ਵਿੱਚ ਕੀ ਦਿੱਤਾ ਸੀ? ਜਿਹੜਾ ਦਿੱਤੇ ਨੂੰ ਅੱਜ ਦੀ ਸਰਕਾਰ ਨੇ ਮਾਈਨਸ ਕਰ ਦਿੱਤਾ।
ਫਿਰ ਆਪਾਂ ਮੰਨ ਲੈਂਦੇ ਆ ਕਿ ਰਾਹੁਲ ਗਾਂਧੀ ਆ ਦੇ ਗਿਆ ਸੀ, ਇਹ ਸਰਕਾਰ ਨੇ ਉਹਨੂੰ ਘੱਟ ਕਰ ਦਿੱਤਾ। ਸੋ ਇਸ ਕਰਕੇ ਜੇ ਇਹ ਸਰਕਾਰ ਜਿਹੜੀ ਮੌਜੂਦਾ ਆ ਸੈਂਟਰ ਦੀ, ਉਹਨੇ ਕੋਸ਼ਿਸ਼ ਕੀਤੀ ਆ ਕਿ ਅਸੀਂ ਇਸ ਮਸਲੇ ਨੂੰ ਹੱਲ ਕਰੀਏ। ਇਹਨਾਂ ਦੇ ਆਰਮੀ ਦੇ ਸਾਰੇ ਜਿਹੜੇ ਵੀ ਅਫਸਰਾਂ ਨੂੰ ਨਾਲ ਬਿਠਾ ਕੇ ਗੱਲ ਚੱਲਦੀ ਆ, ਮੰਨਿਆ ਆਪ ਸਾਡੇ ਡਿਫੈਂਸ ਮਿਨਿਸਟਰ ਨੇ ਕੁਝ ਕਮੀਆਂ ਹੈਗੀਆਂ, 1-2 ਮਹੀਨੇ ਵਿੱਚ ਅਸੀਂ ਬੈਠ ਕੇ ਉਹਨਾਂ ਨੂੰ ਹੱਲ ਕਰਾਂਗੇ। ਸੋ ਗੱਲ ਕਿਸੇ ਲਾਈਨ ਤੇ ਤਾਂ ਤੁਰੀ ਆ ਨਾ, ਕਿਸੇ ਟੇਬਲ ਟਾਕ ਹੋਣ ਲੱਗੀ ਆ, ਕੁਝ ਦਿੱਤਾ, ਕੁਝ ਕਮੀ ਰਹਿੰਦੀ ਆ, ਉਹਨੂੰ ਪੂਰਾ ਕੀਤਾ ਜਾਣਾ। ਸੋ ਇਸ ਕਰਕੇ ਇਹਨੂੰ ਠੀਕ ਹੈ, ਪਰ ਇਸ ਵਿਚਾਲੇ ਜਿਸ ਤਰ੍ਹਾਂ ਦੇ ਨਾਲ ਇਹ ਸੁਸਾਈਡ ਕੀਤਾ ਗਿਆ ਉਹ ਵਾਕਈ ਦੁੱਖ ਭਰੀ ਗੱਲ ਹੈ।